Hello guys, welcome to my channel IELTS Motivation. In today's video, I will share you some reading tips and tricks how we can easily find out right answers in IELTS reading. And this is Cambridge Books 13, Test 2nd of General Module, Reading General Module. So without wastage of time, we can start. Section first है ऑनलाइन रूममेट फाइंडर टोरंटो ਇਨਫੋਰਮੇਸ਼ਨ ਹੈ ਮੀਨਸ ਕਿ ऑनलाइन रूममेट फाइंडर ਬਾਰੇ ਟੋਰਾਂਟੋ ਵਿੱਚ। ਸੋ ਫਰਸਟਲੀ ਜੋ ਫਸਟ ਟੂ 7 ਕੁਐਸਚਨ ਆਨਸਰਸ ਨੇ ਉਹ ਨੇ ਟਰੂ ਐਂਡ ਫਾਲਸ ਨੋਟ ਗਿਵਨ। ਸੋ ਵਨ ਬਾय वन ਫਰਸਟਲੀ ਵੀ ਸ਼ੁਡ ਰੀਡ ਦੀ statement and after that we go to the location and find out whether this statement is true, false and not given. So statement 1 is the room available has 2 beds. So let's check this information in the passage. I have one room available in a large apartment located just off Queen and Bathurst in Toronto. The room is fully furnished with a double bed, desk, shelf and wardrobe. So there is our location. Students ਸਟੇਟਮੈਂਟ ਦੇ ਵਿੱਚ ਨਾ ਮੈਂਸ਼ਨ ਕੀਤਾ ਸੀ ਦ ਰੂਮ ਅਵੇਲੇਬਲ ਹੈਜ਼ 2 ਬੈਡਸ ਕਿ ਜੋ ਰੂਮ ਅਵੇਲੇਬਲ ਆ ਇਹਦੇ ਵਿੱਚ ਕੀ ਆ 2 ਬੈਡਸ ਨੇ, ਲੇਕਿਨ ਇੱਥੇ ਸਾਨੂੰ ਇਹਨਾਂ ਦੱਸਿਆ ਲੋਕੇਸ਼ਨ ਦੇ ਵਿੱਚ ਦ ਰੂਮ ਇਜ਼ ਫੁੱਲੀ ਫਰਨਿਸ਼ਡ ਵਿਦ ਅ ਡਬਲ ਬੈਡ, ਡੈਸਕ, ਸੈਲਫ ਐਂਡ ਵਾਰਡਰੋਬ। ਮੀਨਸ ਡਬਲ ਬੈਡ ਕਿ ਇੱਕ ਹੀ ਬੈਡ ਹੈ ਲੇਕਿਨ ਉਹ ਡਬਲ ਸਾਈਜ਼ ਦਾ ਹੈ। ਸੋ ਇਟ ਮੀਨਸ ਕਿ ਜੋ ਸਾਡੀ ਫਸਟ ਸਟੇਟਮੈਂਟ ਹੈ ਇਹ ਕੀ ਆ ਕੌਂਟਰਾਡਿਕਟ ਕਰ ਰਹੀ ਹੈ ਇਨਫੋਰਮੇਸ਼ਨ ਦੇ ਨਾਲ, ਗਿਵਨ ਇਨਫੋਰਮੇਸ਼ਨ ਦੇ ਨਾਲ ਕੀ ਆ ਕੌਂਟਰਾਡਿਕਟ ਕਰ ਰਹੀ ਹੈ। ਇੱਥੇ ਲਿਖਿਆ 2 ਬੈਡਸ ਨੇ, ਉੱਥੇ ਲਿਖਿਆ ਹੈ ਡਬਲ ਬੈੱਡ ਆ, ਮੀਨਸ ਕਿ 1 ਹੀ ਬੈੱਡ ਆ। ਸੋ ਇਟ ਮੀਨਸ ਕਿ ਇਹ ਸਾਡਾ ਕੀ ਆ ਫਾਲਸ ਆ। ਨੈਕਸਟ ਸੈਕਿੰਡ ਆ ਦ ਆਸਟ੍ਰੇਲੀਅਨ ਇਨ ਸਾਸ਼ਾ ਅਪਾਰਟਮੈਂਟ ਇਜ਼ ਅ ਮਿਊਜ਼ੀਸ਼ੀਅਨ। ਜਿਹੜਾ ਆਸਟ੍ਰੇਲੀਅਨ ਸੀ ਸਾਸ਼ਾ ਅਪਾਰਟਮੈਂਟਸ ਵਿੱਚ ਉਹ ਕੀ ਸੀ ਇਜ਼ ਅ ਮਿਊਜ਼ੀਸ਼ੀਅਨ ਹੈ ਉਹ। ਸੋ ਚੈੱਕ ਕਰਦੇ ਹਾਂ about us. I'm Sashal, I'm Canadian and I've been living in this apartment since I was a teenager. I'm 23 and work in a restaurant. These past 2 years my best friend has been living there, but as she is now moving to Europe, there is a room available as of October 1. The third room is occupied by Simon who is from Australia. So ਇੱਥੇ ਸਾਨੂੰ ਲੋਕੇਸ਼ਨ ਮਿਲੀ ਆ ਆਸਟ੍ਰੇਲੀਆ ਦੀ, ਆਸਟ੍ਰੇਲੀਅਨ ਬਾਰੇ ਇੱਥੇ ਗੱਲ ਹੋਏਗੀ। He works part time in a music shop downtown and is a great drummer. ਸੋ ਇਹਨਾਂ ਗੱਲ ਕੀਤੀ ਆ ਕਿ ਜਿਹੜਾ ਆਸਟ੍ਰੇਲੀਅਨ ਆ ਹੀ ਵਰਕਸ ਪਾਰਟ ਟਾਈਮ ਇਨ ਆ ਮਿਊਜ਼ਿਕ ਸ਼ਾਪ 'ਚ ਕੰਮ ਕਰਦਾ ਹੈ ਐਂਡ ਹੀ ਇਜ਼ ਅ ਗ੍ਰੇਟ ਡਰਮਰ। ਸੋ ਜਿਹੜੀ ਇਹ ਵਾਲੀ ਇਨਫੋਰਮੇਸ਼ਨ ਆ ਇਹ ਕਲੀਅਰ ਦਿੱਤੀ ਹੋਈ ਆ ਪੈਸੇਜ ਦੇ ਵਿੱਚ ਵੀ ਕਿ ਜਿਹੜਾ ਆਸਟ੍ਰੇਲੀਅਨ ਉਹਦਾ ਫਰੈਂਡ ਆ ਠੀਕ ਹੈ ਉਹ ਮਿਊਜ਼ਿਕ ਸ਼ਾਪ 'ਤੇ ਕੰਮ ਕਰਦਾ ਹੈ ਐਜ਼ ਅ ਡਰਮਰ। ਇਟ ਮੀਨਸ ਕਿ ਉਹ ਮਿਊਜ਼ੀਸ਼ੀਅਨ ਹੈਗਾ ਹੈ। ਸੋ ਇਹ ਆਨਸਰ ਜਿਹੜਾ ਸਾਡਾ ਕੀ ਹੋਏਗਾ ਟਰੂ ਹੋਏਗਾ। ਨੈਕਸਟ ਅਸੀਂ ਜਾਂਦੇ ਹਾਂ ਥਰਡ ਟਰੂ ਫਾਲਸ ਦੇਖਦੇ ਹਾਂ ਕਿ ਸਟੇਟਮੈਂਟ ਦੇ ਅਕੋਰਡਿੰਗ ਇਹਦਾ ਕੀ ਰਾਈਟ ਆਨਸਰ ਹੋਣਾ ਚਾਹੀਦਾ ਹੈ। ਸੈਸ਼ਾ ਡਜ਼ ਆਲ ਦਾ ਕਲੀਨਿੰਗ ਇਨ ਦਾ ਅਪਾਰਟਮੈਂਟ ਕਿ ਜਿਹੜਾ ਸੈਸ਼ਾ ਸੀ ਉਹ ਸਾਰੀ ਕਲੀਨਿੰਗ ਕਰਦਾ ਹੀ ਜਿਹੜੀ ਆ ਆਪਣੇ ਅਪਾਰਟਮੈਂਟ ਵਿੱਚ। ਸੋ ਇਹ ਦੇਖਦੇ ਹਾਂ ਇਹਦੇ ਅਕੋਰਡਿੰਗ ਇਨਫੋਰਮੇਸ਼ਨ ਦੇ ਅਕੋਰਡਿੰਗ ਕੀ ਹੋਏਗਾ ਆਨਸਰ। ਸਾਨੂੰ ਜਿੱਥੋਂ ਲੋਕੇਸ਼ਨ ਮਿਲੀ ਉੱਥੇ ਛੱਡ ਦੇਣਾ, ਉਸ ਤੋਂ ਅੱਗੇ ਜਾਣਾ ਹੈ ਵੀ ਬਹੁਤ ਲਾਈਕ ਕੀਪਿੰਗ ਦਾ ਪਲੇਸ ਨੀਟ ਐਂਡ ਟਾਈਡੀ ਕਿ ਉਹ ਦੋਨੋਂ ਜਿਹੜੇ ਜਾਣੇ ਆ ਵੀ ਬਹੁਤ ਕਿ ਦੋਨੋਂ ਜਿਹੜੇ ਆ ਲਾਈਕ ਕੀਪਿੰਗ ਦਾ ਪਲੇਸ ਨੀਟ ਐਂਡ ਟਾਈਡੀ ਕਿ ਦੋਨੋਂ ਰੱਖਣਾ ਪਸੰਦ ਕਰਦੇ ਆ ਪਲੇਸ ਨੀਟ ਐਂਡ ਟਾਈਡੀ। I actually enjoy cleaning in my spare time and sometimes we do it together as a roommate team. ਕਹਿੰਦੇ ਆ ਕਿ ਐਕਚੁਅਲੀ ਇੰਜੋਏ ਕਲੀਨਿੰਗ ਕਹਿੰਦੇ ਮੈਂ ਇੰਜੋਏ ਕਰਦਾ ਕਲੀਨਿੰਗ ਕਰਨਾ ਇਨ ਮਾਈ ਸਪੇਅਰ ਟਾਈਮ ਕਿ ਫਰੀ ਟਾਈਮ ਦੇ ਵਿੱਚ ਐਂਡ ਸਮਟਾਈਮਸ ਵੀ ਡੂ ਇਟ ਟੂਗੈਦਰ ਐਜ਼ ਅ ਰੂਮਮੇਟ ਟੀਮ ਅਤੇ ਸਮਟਾਈਮਸ ਕੀ ਆ ਕਦੇ ਕਦੇ ਕੀ ਅਸੀਂ ਦੋਨੋਂ ਐਜ਼ ਅ ਰੂਮਮੇਟ ਟੀਮ ਦੀ ਤਰ੍ਹਾਂ ਕਰਦੇ ਹਾਂ। ਸੋ ਇੱਥੇ ਕੀ ਸੀ ਇੱਥੇ ਸੀ ਸਾਡੇ ਕੋਲ ਸਟੇਟਮੈਂਟ ਸੈਸ਼ਾ ਡਜ਼ ਆਲ ਦਾ ਕਲੀਨਿੰਗ ਇਨ ਦਾ ਅਪਾਰਟਮੈਂਟ ਹੈ ਕਿ ਉਹੀ ਸਾਰੀ ਕਲੀਨਿੰਗ ਕਰਦਾ ਵਾ, ਲੇਕਿਨ ਉੱਥੇ ਕੀ ਮੈਂਸ਼ਨ ਕੀਤਾ ਹੈ ਕਿ ਉਹ ਸਪੇਅਰ ਟਾਈਮ ਦੇ ਵਿੱਚ ਕਰਦਾ ਹੈ ਅਦਰਵਾਈਜ਼ ਉਹ ਦੋਨੋਂ ਕਰਦੇ ਨੇ। ਸੋ ਇਟ ਮੀਨਸ ਇਹ ਕੀ ਹੋਏਗਾ ਇਹ ਕੌਂਟਰਾਡਿਕਟ ਹੋ ਰਿਹਾ। ਸੋ ਇਹ ਸਟੇਟਮੈਂਟ ਵੀ ਕੀ ਆ ਫਾਲਸ ਆ। ਸੋ ਨੈਕਸਟ ਵੀ ਹੈਵ ਟੂ ਮੂਵ ਔਨ ਸਟੇਟਮੈਂਟ 4th
ਸੈਸ਼ਾ ਲਾਈਕਸ ਬੀਇੰਗ ਇਨ ਦਾ ਓਪਨ ਏਅਰ, ਕਿ ਜਿਹੜਾ ਸੈਸ਼ਾ ਵਾ ਉਹ ਰਹਿਣਾ ਪਸੰਦ ਕਰਦਾ ਵਾ ਇਨ ਦਾ ਓਪਨ ਏਅਰ, ਪਸੰਦ ਕਰਦਾ ਮਤਲਬ ਆਊਟਡੋਰ ਐਕਟੀਵਿਟੀਜ਼ ਨਾਲ ਰਿਲੇਟਡ ਆਏਗਾ। ਸੋ ਨੈਕਸਟ ਅਸੀਂ ਰੀਡ ਕਰਦੇ ਹਾਂ। I love watching movies, exploring, getting out of the city and into the outdoors and listening to music। ਸੋ ਉਹਨੇ ਲਿਖਿਆ ਹੈ I love watching movies, ਮੈਨੂੰ ਮੂਵੀ ਵੇਖਣਾ ਪਸੰਦ ਆ, exploring, getting out of the city ਦੇਖਣਾ ਪਸੰਦ ਹੈ, and into the outdoors ਬਾਹਰ ਵਾਲੀਆਂ ਐਕਟੀਵਿਟੀਜ਼ ਆਊਟਡੋਰਸ ਜਾਣਾ ਪਸੰਦ ਹੈ, ਐਂਡ ਲਿਸਨਿੰਗ ਟੂ ਮਿਊਜ਼ਿਕ। ਸੋ ਇਟ ਮੀਨਸ ਕੀ ਆ, ਇਹਦੇ ਅਕੋਰਡਿੰਗ ਜਿਹੜਾ ਹੈ ਇਹ ਬਿਲਕੁਲ ਕੀ ਟਰੂ ਲਿਖਿਆ, ਟਰੂ ਸਟੇਟਮੈਂਟ ਬਣ ਰਹੀ ਆ, ਸੈਸ਼ਨ ਲਾਈਕਸ ਬੀਇੰਗ ਇਨ ਦਾ ਓਪਨ ਏਅਰ। ਸੋ ਸਾਡਾ ਫੋਰਥ ਆਨਸਰ ਜਿਹੜਾ ਹੈ ਇਹ ਟਰੂ ਹੈ। ਨਾਓ ਵੀ ਹੈਵ ਟੂ ਮੂਵ ਔਨ ਸਟੇਟਮੈਂਟ ਫਿਫਥ। The room available would be suitable for someone who likes to be quiet। ਕਹਿ ਰਿਹਾ ਜਿਹੜਾ ਰੂਮ ਅਵੇਲੇਬਲ ਆ, the room available would be suitable ਹੋਏਗਾ for someone who likes to be quiet, ਜਿਹੜਾ ਮਤਲਬ ਕਿ ਕੁਆਇਟ 'ਚ ਰਹਿਣਾ ਪਸੰਦ ਕਰਦਾ, ਸਾਇਲੈਂਸ ਪਸੰਦ ਕਰਦਾ, ਉਹਦੇ ਲਈ suitable ਹੋਏਗਾ। ਨਾਓ ਚੈੱਕ ਆਊਟ ਦੀ ਲੋਕੇਸ਼ਨ। ਸੈਕਿੰਡ ਪੈਸਿਸ ਤੱਕ ਸਾਨੂੰ ਪਹਿਲੀਆਂ ਲੋਕੇਸ਼ਨਸ ਮਿਲੀਆਂ ਹੋਈਆਂ ਹੈ। ਨੈਕਸਟ ਵਨ ਦੀ ਅਪਾਰਟਮੈਂਟ, ਥਰਡ ਪੈਰਾਗ੍ਰਾਫ ਤੋਂ ਅਸੀਂ ਰੀਡ ਕਰਨਾ ਸਟਾਰਟ ਕਰਨਾ ਹੈ। The apartment itself is very large and comes equipped with unlimited Wi-Fi। ਕਹਿੰਦੇ ਆ ਕਿ ਜਿਹੜਾ ਅਪਾਰਟਮੈਂਟ ਆ ਇਹ ਕਾਫੀ ਲਾਰਜ ਆ ਅਤੇ ਇਕਵਿਪਡ ਵਿਦ ਆ ਅਨਲਿਮਿਟਡ ਵਾਈਫਾਈ ਦੀ ਫੈਸਿਲਿਟੀ ਵੀ ਹੈ ਉੱਥੇ। ਆ ਫੁੱਲੀ ਸਟਾਕਡ ਕਿਚਨ ਵੀ ਆ, ਕੇਬਲ ਟੈਲੀਵਿਜ਼ਨ ਐਂਡ ਨੈਟਫਲਿਕਸ, ਇਹ ਸਾਰੀਆਂ ਉੱਥੇ ਮਤਲਬ ਕਿ ਜੋ ਅਮੈਨਿਟੀਜ਼ ਹੈ ਉਹ ਦੱਸਦੀਆਂ ਨਾ। ਦਾ ਬੈਡਰੂਮ ਇਜ਼ ਲੌਂਗ ਵੇ ਫਰੋਮ ਦਾ ਲਿਵਿੰਗ ਰੂਮ। ਕਹਿੰਦੇ ਜਿਹੜਾ ਬੈਡਰੂਮ ਹੈ ਲੌਂਗ ਵੇ 'ਤੇ ਆ, ਮਤਲਬ ਕਾਫੀ ਜ਼ਿਆਦਾ ਲੰਬੇ ਰਸਤੇ 'ਤੇ ਆ ਫਰੋਮ ਦਾ ਲਿਵਿੰਗ ਰੂਮ ਤੋਂ। ਸੋ ਇਟ ਸ਼ੁੱਡ ਨੋਟ ਡਿਸਟਰਬ ਯੂ। ਸੋ ਕਹਿੰਦੇ ਆ ਕਿ ਇਹ ਮਤਲਬ ਤੁਹਾਨੂੰ ਪਰੇਸ਼ਾਨ ਨਹੀਂ ਕਰ ਸਕੇਗਾ। ਸੋ ਇਟ ਸ਼ੁੱਡ ਨੋਟ ਡਿਸਟਰਬ ਯੂ ਇਫ ਪੀਪਲ ਕਮ ਰਾਊਂਡ ਐਂਡ ਬਿਸਾਈਡਸ, ਕਿ ਅਗਰ ਪੀਪਲ ਇੱਧਰ ਉੱਧਰ ਲਿਵਿੰਗ ਰੂਮ ਦੇ ਵਿੱਚ ਘੁੰਮਦੇ ਆ ਤਾਂ ਮਤਲਬ ਤੁਹਾਨੂੰ ਬੈਡਰੂਮ ਆਪਣੇ ਵਿੱਚ ਕੋਈ ਵੀ ਪਰੇਸ਼ਾਨੀ ਨਹੀਂ ਆਏਗੀ, ਕੋਈ ਡਿਸਟਰਕਸ਼ਨ ਨਹੀਂ ਹੋਏਗੀ। ਸੋ ਇਹਦੇ ਅਕੋਰਡਿੰਗ ਇਹ ਸਟੇਟਮੈਂਟ ਵੀ ਬਿਲਕੁਲ ਲਾਈਕ ਕਰ ਰਹੀ ਆ, ਮਤਲਬ ਕਿ ਜੋ ਇੱਥੇ ਲਿਖਿਆ ਹੈ ਉਹੀ ਮੈਨਸ਼ਨ ਸੀ ਸਾਨੂੰ ਪਿੱਛੇ ਪੈਸਿਸ ਦੇ ਵਿੱਚ ਵੀ। ਇਸ ਅਕੋਰਡਿੰਗ ਕੀ ਆ ਕਿ ਜੋ ਸਾਡੀ ਫਿਫਥ ਸਟੇਟਮੈਂਟ ਆ ਇਹ ਵੀ ਟਰੂ ਹੈ। ਨਾਓ ਵੀ ਹੈਵ ਟੂ ਮੂਵ ਔਨ ਸਟੇਟਮੈਂਟ 6। ਸੈਸ਼ਾ ਥਿੰਕਸ ਹਰ ਅਪਾਰਟਮੈਂਟ ਇਜ਼ ਇਨ ਦਾ ਬੈਸਟ ਪਾਰਟ ਆਫ ਟੋਰਾਂਟੋ। ਕਹਿੰਦੇ ਆ ਕਿ ਜਿਹੜਾ ਸੈਸ਼ਾ ਉਹ ਸੋਚਦਾ ਹੈ, ਬਿਲੀਵ ਕਰਦਾ ਹੈ ਕਿ ਹਰ ਅਪਾਰਟਮੈਂਟ ਜਿਹੜਾ ਹੈ ਇਜ਼ ਇਨ ਦਾ ਬੈਸਟ ਪਾਰਟ ਆਫ ਟੋਰਾਂਟੋ, ਕਿ ਟੋਰਾਂਟੋ ਦਾ ਬੈਸਟ ਪਾਰਟ ਹੈ। ਸੋ ਦੇਖਦੇ ਹਾਂ ਇਹਦੇ ਅਕੋਰਡਿੰਗ ਜਿੱਥੋਂ ਅਸੀਂ ਛੱਡੀਏ ਸੀ ਲੋਕੇਸ਼ਨ ਉੱਥੋਂ ਹੀ ਅਸੀਂ ਨੈਕਸਟ ਕੰਟੀਨਿਊ ਕਰਦੇ ਹਾਂ। We are certainly very respectful of, we also have two cats who are well behaved, but they might to be a problem if you have allergies. If you have a pet, that's no problem, their cats get along with other animals। ਇੱਥੇ ਉਹਨਾਂ ਪੈਟਸ ਨਾਲ ਰਿਲੇਟਡ ਇਨਫੋਰਮੇਸ਼ਨ ਦਿੱਤੀ ਹੈ। ਸੈਸ਼ਾ ਦੇ ਅਕੋਰਡਿੰਗ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਕਿ ਉਹ ਕਹਿੰਦਾ ਸੀ ਕਿ ਬੈਸਟ ਆ ਜੋ ਵੀ ਮੇਰਾ ਮਤਲਬ ਕਿ ਉਹਦਾ ਅਪਾਰਟਮੈਂਟ ਜਿਹੜਾ ਵਾ ਬੈਸਟ ਪਾਰਟ ਹੈ ਟੋਰਾਂਟੋ ਵਿੱਚ। ਇੱਥੋਂ ਤੱਕ ਕੋਈ ਇਨਫੋਰਮੇਸ਼ਨ ਨਹੀਂ ਆਈ। ਹੁਣ ਨੈਕਸਟ ਦੇਖਦੇ ਹਾਂ। We love having people coming from other countries as it is really fun having the opportunities to show them around the neighborhood. It is a great neighborhood, lots of character and plenty to do. Dad said we are certainly interested in living with Canadians too. We are very easygoing and open-minded and just hope that our new roommate will be the same। ਇੱਥੇ ਉਹਨਾਂ ਦੱਸਿਆ ਹੈ ਕਿ ਉਹ ਡਿਫਰੈਂਟ ਕੰਟਰੀਜ਼ ਤੋਂ ਜਿਹੜੇ ਆ ਉਹਨਾਂ ਦੇ ਨਾਲ ਰਹਿਣਾ ਪਸੰਦ ਕਰਦੇ ਨੇ, ਰੂਮਮੇਟਸ ਦੇ ਨਾਲ। ਮੀਨਸ ਕਿ ਉਹਨਾਂ ਨੂੰ ਓਪਰਚੁਨਿਟੀ ਮਿਲਦੀ ਆ ਫਨ ਕਰਨ ਦੀ, ਠੀਕ ਆ। ਅਤੇ ਉਹਨਾਂ ਨੇ ਨੈਕਸਟ ਇਹ ਵੀ ਕਿਹਾ ਹੈ ਕਿ ਉਹ ਨੈਕਸਟ ਜਿਹੜਾ ਹੈ ਵੀ ਆਰ ਸਰਟਨਲੀ ਇੰਟਰਸਟਡ ਇਨ ਲਿਵਿੰਗ, ਕਿ ਉਹ ਇੰਟਰਸਟਡ ਹੈਗੇ ਨੇ ਲਿਵਿੰਗ ਵਿਦ ਕਨੇਡੀਅਨ ਟੂ, ਕਿ ਕਨੇਡੀਅਨਸ ਦੇ ਨਾਲ ਵੀ ਰਹਿਣਾ ਚਾਹੁੰਦੇ ਨੇ। ਵੀ ਆਰ ਵੈਰੀ ਈਜ਼ੀ ਗੋਇੰਗ ਐਂਡ ਓਪਨ ਮਾਈਂਡਡ, ਕਹਿੰਦੇ ਅਸੀਂ ਬੜੇ ਜਲਦੀ ਮਤਲਬ ਓਪਨ ਮਾਈਂਡਡ ਈਜ਼ੀ ਗੋਇੰਗ ਹੈ ਕਿ ਬੜਾ ਇਹ ਮਤਲਬ ਕਹਿਣ ਦਾ ਕਿ ਈਜ਼ਲੀ ਐਡਜਸਟ ਹੋ ਜਾਂਦੇ ਨੇ। ਜਸਟ ਹੋਪ ਡੈਟ ਆਰ ਨਿਊ ਰੂਮਮੇਟਸ ਵਿਲ ਬੀ ਦਾ ਸੇਮ, ਅਤੇ ਕਹਿੰਦੇ ਨੇ ਸਾਨੂੰ ਹੋਪ ਹੈ ਕਿ ਸਾਡਾ ਜਿਹੜਾ ਨਿਊ ਰੂਮਮੇਟ ਹੋਵੇਗਾ ਉਹ ਵੀ ਇਵੇਂ ਦਾ ਹੀ ਹੋਵੇਗਾ। ਸੋ ਇਹਦੇ ਵਿੱਚ ਸਾਨੂੰ ਕਿਤੇ ਵੀ ਇਹ ਵਾਲੀ ਇਨਫੋਰਮੇਸ਼ਨ ਨਹੀਂ ਮਿਲੀ ਕਿ ਉਹ ਕਹਿੰਦਾ ਹੈ ਕਿ ਜਿਹੜਾ ਮੇਰਾ ਅਪਾਰਟਮੈਂਟ ਆ ਇਜ਼ ਇਨ ਦਾ ਬੈਸਟ ਪਾਰਟ ਆਫ ਟੋਰਾਂਟੋ। ਸੋ ਇਹਦੇ ਅਕੋਰਡਿੰਗ ਇਹ ਕੀ ਆ ਨੋਟ ਗਿਵਨ ਆ ਸਾਡੀ 6 ਸਟੇਟਮੈਂਟ। Now we have to move on statement 7। Sasha had never had a roommate from Canada। ਕਹਿੰਦੇ ਆ ਕਿ ਸੈਸ਼ਾ ਦਾ ਕਦੇ ਵੀ ਕੋਈ ਰੂਮਮੇਟ ਨਹੀਂ ਹੋਵੇਗਾ ਕੈਨੇਡਾ ਤੋਂ। ਸੋ ਇਹਦੇ ਅਕੋਰਡਿੰਗ ਕੀ ਆ ਜਾਂ ਨਹੀਂ ਸੀ ਜਾਂ ਨਹੀਂ ਹੈ, ਇਹਦੇ ਅਕੋਰਡਿੰਗ ਕੀ ਆ ਕਿ ਇਹਦੇ ਬਾਰੇ ਵੀ ਉਹਨਾਂ ਜੋ ਸਾਨੂੰ ਆ
ਇਨਫੋਰਮੇਸ਼ਨ ਨੈਵਰ ਦੇ ਅਕੋਰਡਿੰਗ ਜਿਹੜੀ ਆ ਫਿਰ ਇਹ ਸਾਡਾ ਨੋਟ ਗਿਵਨ ਬਣ ਰਿਹਾ ਨਾ ਕਹਿਣਾ ਨੈਵਰ ਕਦੇ ਵੀ ਨਹੀਂ। ਸੋ ਇਹ ਨਹੀਂ ਲਿਖਿਆ ਉਹ ਇੱਥੇ ਚਾਹੁੰਦਾ ਵਾ ਕਿ ਮੇਰਾ ਨਿਊ ਰੂਮਮੇਟ ਹੋਵੇ, ਕੈਨੇਡੀਅਨ ਦੇ ਨਾਲ ਵੀ ਉਹ ਰਹਿਣਾ ਚਾਹੁੰਦੇ ਨੇ। ਸੋ ਇਹਦੇ ਅਕੋਰਡਿੰਗ ਜਿਹੜਾ 7th ਆ ਇਹ ਵੀ ਕੀ ਆ, ਨੋਟ ਗਿਵਨ ਆ। I hope guys you will understand clear the point of view which I want to discuss you. So these are the true false not given which I solved and give you about details where the location and how we read and how we find clear answers and how information is contradict and how is according agree with the information and where there is no information. So in this way you can doing and you can solve your true false not given and hope you will enjoy. And if you like my videos then please subscribe and share with your near and dear ones. Thanks and have a nice day.